25 फरवरी दिन शुक्रवार पंजाबी आवाज़ रेडियो इंडिया 1110 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਡੇ ਨਾਲ ਸਾਡੇ ਪੱਤਰਕਾਰ ਜਸਵਿੰਦਰ ਸਿੰਘ ਬਿੱਟਾ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਿੱਟਾ ਜੀ, ਤੁਹਾਡਾ ਸਵਾਗਤ ਹੈ ਪੰਜਾਬੀ ਆਵਾਜ਼ ਦੇ ਵਿੱਚ। ਜੀ ਬਹੁਤ ਮਿਹਰਬਾਨੀ, ਧੰਨਵਾਦ ਜੀ। ਸਭ ਤੋਂ ਪਹਿਲੀ ਖਬਰ ਤੇ ਬੈਂਗਲੁਰੂ ਦੀ, ਵੈਸੇ ਤਾਂ ਉਹ ਖਬਰ ਪੁਰਾਣੀ ਵੀ ਆ ਕਿਉਂਕਿ ਪਹਿਲਾਂ ਉਹ ਹਿਜਾਬ ਦੀ ਗੱਲ ਕਰਦੇ ਸੀ। ਕੱਲ ਗੱਲਬਾਤ ਸ਼ੁਰੂ ਹੋ ਗਈ ਪੱਗ ਦੀ। ਪੱਗ ਵੀ ਬੰਨ੍ਹ ਕੇ ਕੋਈ ਲੜਕੀ ਗਈ ਆ, ਉਹਨੂੰ ਆਉਣ ਨਹੀਂ ਦਿੱਤਾ ਗਿਆ। ਉਹ ਮਾਮਲਾ ਹੈ ਕੀ ਇਹ ਸਾਰਾ? ਬਿਲਕੁਲ ਜੀ, ਕਰਨਾਟਕ ਦੇ ਵਿੱਚ ਸਿੱਖ ਵਿਦਿਆਰਥੀ ਦੇ ਨਾਲ ਦਸਤਾਰ ਤੇ ਪੱਗ ਸਜਾਉਣ ਕਰਕੇ ਜਿਹੜਾ ਵਿਤਕਰਾ ਹੋਇਆ ਹੈ, ਇਹ ਉਹ ਮਾਮਲਾ ਹੈਗਾ। ਇਹ ਮਾਮਲੇ ਦੇ ਵਿੱਚ ਸਿੱਖ ਵਿਦਿਆਰਥੀ ਦੇ ਨਾਲ ਖੜੇ ਹੋਣ ਦਾ ਬਹੁਤ ਸਾਰੀਆਂ ਜਥੇਬੰਦੀਆਂ ਨੇ ਐਲਾਨ ਕੀਤਾ ਹੈ, ਕਿਉਂਕਿ ਕਰਨਾਟਕ ਦੇ ਵਿੱਚ ਇੱਕ ਸਿੱਖ ਬੱਚੀ ਨੂੰ ਦਸਤਾਰ ਦੇ ਸਮੇਤ ਬਾਹਰ ਜਾਣ ਤੋਂ ਰੋਕਿਆ ਗਿਆ ਔਰ ਇੱਕ 6 ਸਾਲ ਦੇ ਸਿੱਖ ਬੱਚੇ ਨੂੰ ਸਕੂਲ ਦੇ ਵਿੱਚ ਦਾਖਲ ਹੋਣ ਤੋਂ ਇਨਕਾਰ ਕੀਤਾ ਗਿਆ ਕਿਉਂਕਿ ਉਹਦੇ ਤਖਤਾ ਬਣਿਆ ਹੋਇਆ ਸੀਗਾ, ਇਸ ਦੀ ਲੰਮੀ ਗਲਤੀ। ਪਰ ਹਾਲਾਂਕਿ ਇਸ ਦੇ ਪਿੱਛੇ ਵਿਦਿਅਕ ਅਦਾਰਿਆਂ ਵੱਲੋਂ ਜਿਹੜਾ ਹਿਜਾਬ ਮਾਮਲਾ ਹੈ, ਉਹਦੇ ਵਿੱਚ ਕਰਨਾਟਕ ਹਾਈ ਕੋਰਟ ਨੇ ਹੁਕਮ ਦਿੱਤਾ ਸੀਗਾ, ਉਹਦਾ ਹਵਾਲਾ ਦਿੱਤਾ ਜਾ ਰਿਹਾ ਹੈ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਬੇਟਾ ਜੀ ਇੱਕ ਮਿੰਟ, ਤੁਹਾਨੂੰ ਦੁਬਾਰਾ ਕਾਲ ਕਰਦੇ ਹਾਂ, ਸਾਡੀ ਆਵਾਜ਼ ਠੀਕ ਨਹੀਂ ਆ ਰਹੀ। ਹਾਂਜੀ ਬਿੱਟਾ ਜੀ, ਅਸੀਂ ਉਹ ਬੈਂਗਲੁਰੂ ਦੀ ਗੱਲ ਕਰਦੇ ਸੀ, ਉਹਦਾ ਵਿਸਤਾਰ ਦਿਓ ਤੇ ਜਾਨੂੰ। ਹਾਂਜੀ ਬਿਲਕੁਲ, ਪਿੱਛੇ ਜੇ ਤੁਹਾਨੂੰ ਪਤਾ ਹੋਣਾ ਹੈ ਵੀ ਐਜੂਕੇਸ਼ਨਲ ਜਿਹੜੇ ਇੰਸਟੀਚਿਊਟ ਹੈ ਜੀ, ਉਹਨਾਂ ਦੇ ਵੱਲੋਂ ਹਿਜਾਬ ਮਾਮਲੇ ਦੇ ਵਿੱਚ ਕਰਨਾਟਕ ਹਾਈ ਕੋਰਟ ਦਾ ਇੱਕ ਹੁਕਮ ਦਾ ਹਵਾਲਾ ਦਿੱਤਾ ਜਾ ਰਿਹਾ ਸੀਗਾ ਕਿ ਕੋਈ ਵੀ ਜਿਹੜਾ ਬੱਚਾ ਹੈਗਾ ਉਹ ਸਕੂਲ ਦੀ ਯੂਨੀਫਾਰਮ ਤੋਂ ਬਿਨਾਂ ਕੋਈ ਵੀ ਧਾਰਮਿਕ ਆਪਣੇ ਜਿਹੜੇ ਕੱਪੜੇ ਹੈ ਜਾਂ ਆਪਣਾ ਭੇਸ ਹੈ ਉਹ ਨਾ ਲੈ ਕੇ ਆਵੇ ਜੀ। ਔਰ ਇੱਕ ਸਿੱਖ ਬੱਚੀ ਨੂੰ ਦਸਤਾਰ ਦੇ ਸਣੇ ਕਾਲਜ ਆਉਣ ਤੋਂ ਰੋਕਿਆ ਗਿਆ ਕਰਨਾਟਕ ਦੇ ਵਿੱਚ, ਔਰ ਇੱਕ 6 ਸਾਲ ਦੇ ਸਿੱਖ ਬੱਚੇ ਨੂੰ ਕੇਸਕੀ ਸਜਾਉਣ ਕਰਕੇ ਸਕੂਲ ਦੇ ਵਿੱਚ ਦਾਖਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜੀ। ਔਰ ਇਸ ਦਾ ਸਿੱਖ ਜਥੇਬੰਦੀਆਂ ਨੇ ਕਾਫੀ ਵਿਰੋਧ ਕੀਤਾ ਔਰ ਬੱਚੇ ਦੇ ਪਿਤਾ ਨਾਲ SGPC ਨੇ, ਦਿੱਲੀ ਕਮੇਟੀ ਨੇ, ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਨੇ ਗੱਲਬਾਤ ਵੀ ਕੀਤੀ। ਔਰ ਕੱਲ ਜਿਹੜੀ ਬੱਚੀ ਆ ਉਹ ਦਸਤਾਰ ਸਣੇ ਕਾਲਜ ਗਈ ਹੈ ਔਰ ਵਕੀਲਾਂ ਦੀ ਟੀਮ ਨੇ ਇਸ ਮਸਲੇ ਦੇ ਵਿੱਚ ਬਣਦੀ ਜਿਹੜੀ ਅਗਲੀ ਕਾਰਵਾਈ ਬਾਰੇ ਦਿਸ਼ਾ ਨਿਰਦੇਸ਼ ਤੈਅ ਕੀਤੇ ਨੇ। ਜੇ ਲੋੜ ਪਈ ਤਾਂ ਕਾਨੂੰਨੀ ਲੜਾਈ ਲੜੀ ਜਾਊਗੀ ਕਰਨਾਟਕ ਹਾਈ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਜਾਂ ਕੌਮੀ ਘੱਟਗਿਣਤੀ ਕਮਿਸ਼ਨ। ਇਹ ਸਿਆਸੀ ਲੜਾਈ ਲਈ ਵੀ ਸਿੱਖ ਜਥੇਬੰਦੀਆਂ ਸੜਕਾਂ ਦੇ ਉੱਪਰ ਸਕਦੀਆਂ ਔਰ ਕਿਉਂਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਸਾਨੂੰ ਧਾਰਮਿਕ ਆਜ਼ਾਦੀ ਦੇ ਨਾਲ ਨਾਲ ਕਿਰਪਾਨ ਪਹਿਨਣ ਦੀ ਖੁੱਲ੍ਹ ਵੀ ਦਿੰਦਾ ਹੈ। ਦਸਤਾਰ ਜਾਂ ਕੇਸਕੀ ਕਰਕੇ ਸਿੱਖ ਵਿਦਿਆਰਥੀ ਨੂੰ ਸਕੂਲ ਕਾਲਜ ਦੇ ਵਿੱਚ ਦਾਖਲ ਹੋਣ ਤੋਂ ਰੋਕਣਾ ਜਿਹੜਾ ਸਾਡਾ ਇੰਡੀਅਨ ਸੰਵਿਧਾਨ ਹੈਗਾ, ਉਹ ਕਾਨੂੰਨ ਹੈ ਜਿਹੜਾ ਹੈ ਉਹ ਨਾਗਰਿਕਾਂ ਦੇ ਜਮਹੂਰੀ ਹੱਕ ਨੂੰ ਕੁਚਲਣ ਦੇ ਬਰਾਬਰ ਹੈ। ਔਰ ਇਹ ਮਸਲਾ ਕੁਝ ਹੱਦ ਤੱਕ ਮਸਲਾ ਹੱਲ ਹੋ ਗਿਆ ਔਰ ਕਰਨਾਟਕ ਦੇ ਇਸ ਸਕੂਲ ਵੱਲੋਂ ਕੀਤੀ, ਕਾਲਜ ਵੱਲੋਂ ਕੀਤੀ ਹੋਈ ਜਿਹੜੀ ਵਿਦਿਅਕ ਅਦਾਰਿਆਂ ਵੱਲੋਂ ਕੀਤੀ ਹੋਈ ਵਧੀਕੀ ਹੈ ਉਹਦੇ ਖਿਲਾਫ ਜਿਹੜੀ ਕਾਫੀ ਸਿੱਖ ਜਥੇਬੰਦੀਆਂ ਨੇ ਆਵਾਜ਼ ਚੁੱਕੀ ਸੀ, ਲੇਕਿਨ ਹੁਣ ਇਹ ਮਸਲਾ ਹੱਲ ਹੋ ਗਿਆ। ਦਿੱਲੀ ਕਮੇਟੀ ਨੇ, ਸ਼੍ਰੋਮਣੀ ਕਮੇਟੀ ਨੇ, ਸਿੱਖ ਜਥੇਬੰਦੀਆਂ ਨੇ ਇਮੀਡੀਏਟ ਉਸ ਕਾਲਜ ਦੇ ਪ੍ਰਿੰਸੀਪਲ ਨੂੰ ਔਰ ਸਕੂਲ ਦੇ ਪ੍ਰਿੰਸੀਪਲ ਨਾਲ ਰਾਬਤਾ ਕਾਇਮ ਕੀਤਾ ਤਾਂ ਫਿਰ ਇਹ ਮਸਲਾ ਹੱਲ ਹੋ ਸਕਿਆ ਜੀ। ਸਭ ਤੋਂ ਪਹਿਲਾਂ ਇਹ ਗੱਲ ਉੱਠੀ ਸੀ ਮੁਸਲਮਾਨ ਕੁੜੀਆਂ ਦੇ ਹਿਜਾਬ ਲੈਣ ਤੇ, ਕੀ ਉਹ ਵੀ ਮਸਲਾ ਖਤਮ ਹੋਇਆ ਜਾਂ ਉਹ ਅਜੇ ਜਾਰੀ ਹੈ? ਦੇਖੋ, ਮਸਲਾ ਖਤਮ ਹੋ ਚੁੱਕਾ ਹੈ ਲੇਕਿਨ ਉਹਦੇ ਚ ਉਹਨਾਂ ਨੇ ਹੁਣ ਨਵਾਂ ਕੋਈ ਮਸਲਾ ਨਹੀਂ ਹੋਇਆ। ਜਿਹੜਾ ਪਹਿਲਾ ਮਸਲਾ ਹੋ ਚੁੱਕਾ ਹੈ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਹੈ, ਜੁਡੀਸ਼ੀਅਲ ਇਨਕੁਆਇਰੀ ਜਿਹੜੀ ਮੰਗੀ ਹੋਈ ਹੈ। 2-3 ਦਿਨਾਂ ਚ ਉਹਦੀ ਰਿਪੋਰਟ ਜਿਹੜੀ ਆ ਜਾਣੀ ਹੈ ਤੇ ਉਸ ਤੋਂ ਬਾਅਦ ਉਹਦੇ ਤੇ ਜਿਹੜੇ ਕਾਲਜ ਦੇ ਵਿੱਚ ਘਟਨਾ ਹੋਈ ਹੈ ਉਹਨੇ ਮਾਫੀ ਵੀ ਮੰਗ ਲਈ ਹੈ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਅਸੀਂ ਇਸ ਤਰ੍ਹਾਂ ਦੀ ਕੋਤਾਹੀ ਜਿਹੜੀ ਅੱਗੇ ਤੋਂ ਕੋਈ ਡਿਸਪਲਿਨ ਭੰਗ ਕਰੇਗਾ ਕੋਈ ਵੀ ਵਿਅਕਤੀ, ਕਿਉਂਕਿ ਆਊਟਸਾਈਡਰ ਸਨ ਜਿਨ੍ਹਾਂ ਨੇ ਉਸ ਬੱਚੀ ਨੂੰ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਬੱਚੀ ਨੇ ਜਵਾਬ ਵੀ ਦਿੱਤਾ ਸੀਗਾ। ਸੋ ਇਨਵੈਸਟੀਗੇਸ਼ਨ ਦੇ ਵਿੱਚ ਉਹਦੀ CCTV ਜੋ ਫੁਟੇਜ ਜਿਹੜੀ ਆ ਮੰਗਵਾ ਕੇ ਉਹਦੀ ਜਾਂਚ ਕੀਤੀ ਜਾ ਰਹੀ ਜੀ। ਇੱਕ ਐਪਲੀਕੇਸ਼ਨ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਖਿਲਾਫ ਹੁਸ਼ਿਆਰਪੁਰ ਕੋਰਟ ਦੇ ਵਿੱਚ ਸੀ ਕਿ ਉਹ ਅਕਾਲੀ ਦਲ ਨੂੰ 2 ਪਾਰਟੀਆਂ ਦੇ ਤੌਰ ਤੇ ਵਰਤਦੇ ਆ, ਇੱਕ ਤੇ ਸ਼੍ਰੋਮਣੀ ਅਕਾਲੀ ਦਲ ਲਈ ਦੀਆਂ ਚੋਣਾਂ ਲਈ ਤੇ ਦੂਸਰੀਆਂ ਰਾਜਸੀ ਚੋਣਾਂ ਲਈ। ਇੱਕ ਪਾਸੇ ਉਹ ਸਮਾਜਵਾਦੀ ਤੇ ਸੈਕੂਲਰ ਹੈ, ਧਰਮ ਨਿਰਪੱਖ ਹੈ, ਇੱਕ ਪਾਸੇ ਉਹ ਧਾਰਮਿਕ ਜਥੇਬੰਦੀ ਆ। ਉਹਦਾ ਕੀ ਪਿਛੋਕੜ ਹੈ, ਕੀ ਗੱਲਬਾਤ ਹੋਈ?
ਬਿਲਕੁਲ ਜੀ, ਇਹ ਬੜਾ ਇੰਟਰਸਟਿੰਗ ਕੇਸ ਹੈਗਾ। ਅਕਾਲੀ ਦਲ ਦੇ ਉੱਤੇ ਇੱਕ ਇਲਜ਼ਾਮ ਲੱਗਦਾ ਹੈ ਕਿ ਅਕਾਲੀ ਦਲ ਦੇ ਜਿਹੜੇ ਸੰਵਿਧਾਨ ਨੇ ਉਹ ਦੋ ਨੇ ਜੀ। ਇੱਕ ਸੰਵਿਧਾਨ ਉਹਦਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਦੋਂ ਚੋਣਾਂ ਲੜਦਾ ਤੇ ਉਦੋਂ ਉਹ ਕਹਿੰਦਾ ਹੈ ਕਿ ਅਸੀਂ ਇਹ ਧਾਰਮਿਕ ਚੋਣਾਂ ਲੜਦੇ ਹਾਂ ਜੀ। ਔਰ ਇਹ ਬਲਵੰਤ ਸਿੰਘ ਖੇੜਾ ਨਾਮ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਇਹ ਕੇਸ ਪਾਇਆ ਹੋਇਆ ਸੀ। ਪਹਿਲਾਂ ਇਹ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪਾਇਆ ਹੋਇਆ ਸੀ ਤੇ ਫਿਰ ਇਹ ਚਲਾ ਗਿਆ ਸੀਗਾ ਹਾਈ ਕੋਰਟ ਦੇ ਵਿੱਚ। ਉਸ ਤੋਂ ਬਾਅਦ ਇਹ ਕੇਸ ਚੱਲਦਾ ਚਲਾ ਗਿਆ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਕੇਸ ਗਿਆ ਤਾਂ ਉਸ ਮੌਕੇ ਦੇ ਉੱਤੇ ਇਹ ਕੇਸ ਵਾਪਸ ਦੁਬਾਰਾ ਮੋੜ ਦਿੱਤਾ ਸੀਗਾ ਕਿ ਤੁਸੀਂ ਇਹ ਕੇਸ ਜਿਹੜਾ ਇਹ ਪੰਜਾਬ 'ਚ ਲੈ ਕੇ ਜਾਓ ਤੇ ਇਹ CJM ਕੋਲੇ ਲੈ ਕੇ ਜਾਓ। ਜਦੋਂ ਇਹ CJM ਕੋਲੇ ਕੇਸ ਲਿਆਂਦਾ ਗਿਆ ਤਾਂ ਉਸ ਸਮੇਂ ਦੋ ਸੰਵਿਧਾਨ ਦੇ ਮਾਮਲਾ 13 ਸਾਲ ਪਹਿਲਾਂ ਦੀ ਇਹ ਸੁਣਵਾਈ ਹੈਗੀ ਹੈ, ਜਿਹਦੇ 'ਚ ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖਤੀ ਤੌਰ ਦੇ ਉੱਤੇ ਸੀਗਾ ਕਿ ਤੁਸੀਂ ਪੇਸ਼ ਹੋਵੋ ਕਿਉਂਕਿ ਤੁਸੀਂ ਪਾਰਟੀ ਦੇ ਸਰਪ੍ਰਸਤ ਹੋ ਜੀ। ਔਰ ਇਸ ਤੋਂ ਪਹਿਲਾਂ ਇਹ ਕੇਸ ਲੜਦੇ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹਰਜਿੰਦਰ ਸਿੰਘ ਧਾਮੀ ਜਿਹੜੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ। ਲੇਕਿਨ ਕੱਲ ਅਦਾਲਤ ਨੇ ਆਖਿਆ ਕਿ ਤੁਸੀਂ ਨਹੀਂ ਇਹਦੀ ਕਾਰਵਾਈ ਕਰ ਸਕਦੇ। ਇੱਕ ਵਕੀਲ ਹੋਰ ਪੇਸ਼ ਹੋਇਆ ਤੇ ਅਦਾਲਤ ਨੇ 1 ਲੱਖ ਰੁਪਏ ਦੇ ਨਿੱਜੀ ਮੁਚਲਕੇ ਦੇ ਉੱਤੇ ਜ਼ਮਾਨਤ ਦਿੱਤੀ ਹੈ ਜੀ। ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੂੰ ਵੀ ਪਹਿਲਾਂ ਜ਼ਮਾਨਤ ਮਿਲ ਚੁੱਕੀ ਹੈ ਤੇ 2009 ਦੇ ਵਿੱਚ ਬਲਵੰਤ ਸਿੰਘ ਖੇੜਾ ਨਾਮ ਦੇ ਬੰਦੇ ਨੇ ਇਹ ਦੋਸ਼ ਲਾਇਆ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਗਲਤ ਜਿਹੜਾ ਹੈਗਾ ਐਫੀਡੇਵਿਟ ਗਲਤ ਦਿੱਤਾ ਹੈ, ਗਲਤ ਤਰੀਕੇ ਨਾਲ ਇਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਤੁਸੀਂ ਇੱਕ ਪਾਸੇ ਤਾਂ ਦਿੱਲੀ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਲੜਦੇ ਹੋ ਤਾਂ ਦੂਜੇ ਪਾਸੇ ਤੁਸੀਂ ਜਿਹੜੀ ਹੈ ਰਾਜਸੀ ਧਿਰ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਉਹ ਸੱਤਾ ਤੇ ਰਾਜ ਵੀ ਕਰਦੀ ਹੈ ਤੇ 5 ਵਾਰ ਜਿਹੜੇ ਮੁੱਖ ਮੰਤਰੀ ਵੀ ਉਸੇ ਪਾਰਟੀ ਦੇ ਰਹਿ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੋਹਰੇ ਸੰਵਿਧਾਨ ਦੇ ਮਾਮਲੇ 'ਚ। ਉਹ ਦੋਸ਼ ਲਾਇਆ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਹੋਰ ਅਹੁਦੇਦਾਰਾਂ ਨੇ ਪਾਰਟੀ ਦੇ ਜਿਹੜੇ ਪੁਰਾਣੇ ਸੰਵਿਧਾਨ ਨੂੰ ਲੁਕੋਇਆ ਜਾਂ ਉਹਨਾਂ ਨੂੰ ਛੁਪਾਇਆ ਔਰ ਇਸੇ ਸਬੰਧ ਦੇ ਵਿੱਚ CJM ਦੀ ਅਦਾਲਤ ਦੇ ਵਿੱਚ ਨਿੱਜੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਰਪ੍ਰਸਤ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਜਿਹੜੀ ਪੇਸ਼ੀ ਹੋਈ ਹੈ। ਸੋ ਦੋ ਸੰਵਿਧਾਨ ਉਹ ਨਹੀਂ ਰੱਖ ਸਕਦੇ ਲੇਕਿਨ ਅਕਾਲੀ ਦਲ ਇਹਨੂੰ ਕੰਡੈਮ ਕਰਦਾ। ਅਕਾਲੀ ਦਲ ਕਹਿੰਦਾ ਕਿ ਦੋ ਸੰਵਿਧਾਨ ਨਹੀਂ, ਸੰਵਿਧਾਨ ਇੱਕੋ ਹੀ ਹੈ। ਅਸੀਂ ਧਾਰਮਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ 1920 ਦੀ ਜਿਹੜੀ ਪਾਰਟੀ ਹੈ ਅਸੀਂ ਉਹਦੇ ਮੁਤਾਬਕ ਵੀ ਸੇਵਾ ਕਰਦੇ ਹਾਂ ਤੇ ਰਾਜਨੀਤੀ ਵੀ ਕਰਦੇ ਹਾਂ ਤੇ ਰਾਜਨੀਤੀ ਤੇ ਧਰਮ ਸਾਡੇ ਲਈ ਇੱਕੋ ਹੈ, ਸਿੱਖ ਸੰਵਿਧਾਨ ਦੇ ਵਿੱਚ ਇੱਕੋ ਹੈ। ਇਸ ਕਰਕੇ ਅਦਾਲਤ ਦੇ ਵਿੱਚ ਇਹ ਕੇਸ ਚੱਲ ਰਿਹਾ ਹੈ ਤੇ ਕੱਲ 1 ਲੱਖ ਰੁਪਏ ਦੀ ਜ਼ਮਾਨਤ ਜਾਂ ਮੁਚੱਲਕੇ ਦੇ ਉੱਤੇ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ। ਸਾਬਕਾ ਮੁੱਖ ਮੰਤਰੀ ਨੂੰ ਖੁਦ ਪੇਸ਼ ਹੋਣਾ ਪਿਆ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਪੇਸ਼ ਹੋਣਾ ਪਿਆ ਸੀਗਾ ਜੀ। ਔਰ ਇਹ ਪਟੀਸ਼ਨ ਹੈ ਜਿਹੜੀ ਇਹ ਗਲਤ ਦਸਤਾਵੇਜ਼ ਪੇਸ਼ ਕਰਕੇ ਰਾਜਨੀਤਿਕ ਪਾਰਟੀ ਵਜੋਂ ਜਿਹੜੀ ਮਾਨਤਾ ਲੈਣ ਦਾ ਦੋਸ਼ ਅਕਾਲੀ ਦਲ ਦੇ ਉੱਤੇ ਲੱਗਿਆ ਹੈ ਔਰ ਟ੍ਰਾਇਲ ਕੋਰਟ ਵੱਲੋਂ ਪਾਰਟੀ ਆਗੂਆਂ ਨੂੰ ਦੁਬਾਰਾ ਸੰਮਣ ਭੇਜੇ ਗਏ ਸੀ। ਬਾਦਲ ਸਾਹਿਬ ਨੇ ਆਪਣੇ ਕਿਹਾ ਸੀਗਾ ਕਿ ਮੈਂ ਬਜ਼ੁਰਗ ਹਾਂ, ਮੈਨੂੰ ਨਿੱਜੀ ਤੌਰ ਦੇ ਉੱਤੇ ਪੇਸ਼ੀ ਤੋਂ ਛੋੜ ਦਿੱਤੀ ਜਾਵੇ, ਲੇਕਿਨ ਉਹਨਾਂ ਨੂੰ ਜ਼ਮਾਨਤ ਲੈਣ ਦੇ ਲਈ ਨਿੱਜੀ ਤੌਰ ਤੇ ਇਸ ਅਦਾਲਤ ਦੇ ਵਿੱਚ ਪੇਸ਼ ਹੋਣਾ ਪੈਣਾ ਸੀਗਾ। ਔਰ ਉਹ ਬਲਵੰਤ ਸਿੰਘ ਖੇੜਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੂੰ ਕੋਈ ਖਾਸ ਤਰਜੀਹ ਜਿਹੜੀ ਦਿੱਤੀ ਗਈ ਹੈ ਔਰ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਕੇਸ ਦੇ ਵਿੱਚ ਪੇਸ਼ ਹੁੰਦੇ ਰਹੇ ਨੇ। ਪਰ ਖੇੜਾ ਨੇ ਜਦੋਂ ਇਤਰਾਜ਼ ਪ੍ਰਗਟ ਕੀਤਾ ਸੀਗਾ ਕਿ ਉਹਦੀ ਥਾਂ ਤੇ ਹੋਰ ਨਵੇਂ ਵਕੀਲ ਆ ਜਿਹੜੇ ਉਹ ਕੱਲ 2 ਵਕੀਲ ਹੋਰ ਪੇਸ਼ ਹੋਏ ਨੇ। ਸੋ ਕੱਲ ਵਧੀਕ ਸੈਸ਼ਨ ਜੱਜ JPS ਖੁਰਮੀ ਦੀ ਅਦਾਲਤ ਦੇ ਵਿੱਚ ਉਹਨਾਂ ਦੀ ਜ਼ਮਾਨਤ ਅਰਜ਼ੀ ਜਿਹੜੀ ਮਨਜ਼ੂਰ ਕਰ ਦਿੱਤੀ ਹੈ ਔਰ 2 ਮਾਰਚ ਦੇ ਲਈ ਅਗਲੀ ਜਿਹੜੀ ਤਰੀਕ ਹੈ ਉਹ ਟ੍ਰਾਇਲ ਕੋਰਟ ਦੀ ਉਹ ਆਪਣਾ ਦੁਬਾਰਾ ਜਿਹੜੀ ਹੈ ਮਿੱਥੀ ਗਈ ਹੈ ਜੀ। ਇਹਦੇ ਨਾਲ ਅਦਾਲਤ ਦੀ ਗੱਲ ਕਰਦੇ ਹਾਂ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਲੈ ਲਿਆ ਗਿਆ। ਉਹਨਾਂ ਦਾ ਮਤਲਬ ਕੇਸ ਦੁਬਾਰਾ ਚੱਲ ਪਿਆ। ਜੁਡੀਸ਼ੀਅਲ ਰਿਮਾਂਡ ਉਹਨਾਂ ਦਾ ਕੇਸ ਨਹੀਂ ਦੁਬਾਰਾ ਚੱਲਿਆ। ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਲੈਕਸ਼ਨ ਚੱਲ ਰਹੀ ਸੀ ਜੀ ਤਾਂ ਉਹਨਾਂ ਨੂੰ ਸਟੇ ਆਰਡਰ ਦਿੱਤਾ ਗਿਆ ਸੀ ਵੀ 23 ਤਰੀਕ ਤੱਕ ਤੁਸੀਂ ਆਪਣਾ 24 ਤਰੀਕ ਤੱਕ ਤੁਸੀਂ ਆਪਣਾ ਚੋਣ ਪ੍ਰਚਾਰ ਕਰ ਲਓ ਕਿਉਂਕਿ 20 ਤਰੀਕ ਨੂੰ ਇਲੈਕਸ਼ਨ ਹੋ ਕੇ ਹਟੇ ਨੇ। ਕਿ ਅਦਾਲਤ ਦੇ ਉੱਤੇ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਆਉਣੀ ਚਾਹੀਦੀ ਕਿ ਅਦਾਲਤ ਨੇ ਜਾਣਬੁੱਝ ਕੇ ਉਹਨੂੰ ਇਲੈਕਸ਼ਨ ਨਹੀਂ ਲੜਨ ਦਿੱਤੇ। ਔਰ ਅੱਜ ਜਦੋਂ ਹੁਣ ਅਕਾਲੀ ਨੇਤਾ ਬਿਕਰਮ ਸਿੰਘ ਮਜੀਠਾ ਜਿਨ੍ਹਾਂ ਦੇ ਡਰੱਗ ਕੇਸ ਦੇ ਵਿੱਚ ਫਸੇ ਹੋਣ ਦਾ ਦੋਸ਼ ਹੈ ਮੋਹਾਲੀ ਦੀ ਅਦਾਲਤ ਵਿੱਚ ਉਹਨਾਂ ਨੇ ਪਟੀਸ਼ਨ ਜਿਹੜੀ ਦਾਇਰ ਕੀਤੀ ਸੀ ਉਹਨੂੰ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਉਹਨਾਂ ਦੀ ਪਟੀਸ਼ਨ ਹੈ ਜਿਹੜੀ ਉਹ ਰੱਦ ਹੋ ਗਈ ਹੈ, ਉਹ ਖਾਰਜ ਹੋ ਗਈ ਹੈ।
ਤੇ ਹੁਣ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਗੇ, ਕਿਉਂਕਿ SIT ਵੱਲੋਂ ਜਿਹੜੇ ਉਹਨਾਂ ਦੇ ਵਕੀਲ ਸਨ ਉਹਨਾਂ ਨੇ NDPS ਦੀ ਧਾਰਾ ਦੇ ਤਹਿਤ ਕਿਹਾ ਸੀਗਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਤੇ ਜ਼ਮਾਨਤ ਦਾ ਉਹਨਾਂ ਨੇ ਵਿਰੋਧ ਕੀਤਾ ਸੀ। ਔਰ ਦੂਜੇ ਪਾਸੇ ਜਿਹੜੀ STF ਹੈ ਉਹਦੀ ਰਿਪੋਰਟ ਦੇ ਆਧਾਰ ਦੇ ਉੱਤੇ ਕੇਸ ਦਰਜ ਕੀਤਾ। ਉਹਨਾਂ ਨੇ ਦੱਸਿਆ ਸੀ ਜਿਹਦੇ ਵਿੱਚ ਨਸ਼ਾ ਤਸਕਰਾਂ ਨੇ ਵਿਕਰਮ ਸਿੰਘ ਮਜੀਠੇ ਦਾ ਨਾਮ ਲਿਆ ਸੀ ਔਰ ਹੁਣ ਇਹ ਹਾਈ ਕੋਰਟ ਜਾਣਗੇ ਜੀ। ਔਰ ਦੂਜੇ ਪਾਸੇ ਅਕਾਲੀ ਨੇਤਾ ਦੇ ਜਿਹੜੇ ਵਕੀਲ ਹੈ ਉਹ ਕਹਿੰਦੇ ਕਿ ਸਟੇਟ ਮਸ਼ੀਨਰੀ ਦਾ ਇਸਤੇਮਾਲ ਕਰਕੇ ਇਸ ਕੇਸ ਨੂੰ ਟੈਕਨੀਕਲੀ ਉਲਝਾ ਰਿਹਾ ਹੈ। NDPS ਦੀਆਂ ਧਾਰਾ ਵੀ ਉਹਨਾਂ ਨੇ ਕਿਹਾ ਕਿ ਵੈਸੇ ਲਾਈਆਂ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਦੀ ਜਿਹੜੀ SIT ਹੈ ਉਹਨੇ ਪੁੱਛਗਿੱਛ ਵੀ ਕੀਤੀ ਹੈ, ਉਹਨੇ ਰਿਮਾਂਡ ਨਹੀਂ ਸੀ ਮੰਗਿਆ ਔਰ ਅਦਾਲਤ ਦੇ ਮਾਮਲੇ ਦੇ ਹਜੇ ਆਰਡਰ ਜਿਹੜਾ ਆਉਣਾ ਹੈ ਉਸ ਤੋਂ ਬਾਅਦ ਉਹ ਅਪੀਲ ਉਹ ਦਾਇਰ ਕਰਨਗੇ, ਉਹਦੇ 'ਚ ਟੈਕਨੀਕਲ ਦੇਖਣਗੇ ਕੀ ਹੈਗਾ। ਔਰ ਇਸ ਤੋਂ ਪਹਿਲਾਂ ਜੇ ਪਿੱਛੇ ਚਲੇ ਜਾਓ ਤਾਂ ਸੁਪਰੀਮ ਕੋਰਟ ਨੇ ਮੋਹਾਲੀ ਦੀ ਅਦਾਲਤ ਦੇ ਵਿੱਚ ਵਿਕਰਮ ਸਿੰਘ ਮਜੀਠਾ ਨੂੰ ਕਿਹਾ ਸੀ ਕਿ ਤੁਸੀਂ ਇੰਨੀ ਤਰੀਕ ਤੱਕ 24 ਤਰੀਕ ਤੱਕ ਆਤਮ ਸਮਰਪਣ ਕਰੋਗੇ। ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਿਹੜੀ SIT ਬਣਾਈ ਸੀ ਉਹਨਾਂ ਨੇ ਕਸਟਡੀ ਮੰਗੀ ਸੀ ਔਰ ਕਸਟਡੀ ਦੇ ਲਈ ਅਦਾਲਤ ਨੇ 1 ਘੰਟੇ ਦਾ ਸਮਾਂ ਕਿਹਾ ਸੀਗਾ ਵੀ ਤੁਸੀਂ ਅਦਾਲਤ 'ਚ ਹੀ ਪੁੱਛਗਿੱਛ ਕਰ ਲਓ। ਇਸ ਤੋਂ ਬਾਅਦ ਉਹਨਾਂ ਨੂੰ 8 ਮਾਰਚ ਤੱਕ ਪੁਲਿਸ ਕਸਟਡੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਸੀਗਾ ਜੀ। ਔਰ ਮਜੀਠੀਆ ਦੇ ਉੱਤੇ ਜਿਹੜਾ ਕੇਸ ਹੈ ਉਹ ਇਹ ਹੈਗਾ ਕਿ ਡਰੱਗ ਐਕਟ ਦੇ ਦੋਸ਼ੀ ਜਿਹੜੇ ਸਨ ਜਦੋਂ ਪੁਲਿਸ ਨੇ ਗ੍ਰਿਫਤਾਰ ਕੀਤੇ ਸੀ ਤੇ ED ਦੀ ਪੁੱਛਗਿੱਛ ਦੇ ਵਿੱਚ ਵੀ ਵਿਕਰਮ ਸਿੰਘ ਮਜੀਠਾ ਦਾ ਨਾਮ ਉਹਨਾਂ ਨੇ ਲਿਆ ਸੀ। ਉਹਨਾਂ ਤੇ ਇਹ ਵੀ ਦੋਸ਼ ਹੈ ਕਿ ਜਦੋਂ ਮੰਤਰੀ ਸਨ ਤੇ ਡਰੱਗ ਤਸਕਰਾਂ ਦੀ ਮਦਦ ਕੀਤੀ ਉਹਨਾਂ ਨੇ, ਚੋਣਾਂ ਦੇ ਵਿੱਚ ਫੰਡ ਲਿਆ ਤੇ ਮਾਈਨਿੰਗ ਦਾ ਦੋਸ਼ ਇਸ ਤਰ੍ਹਾਂ ਦੀ ਜਿਹੜੀ ਰਿਪੋਰਟ ਦੇ ਵਿੱਚ FIR ਜਿਹੜੀ ਲਿਖੀ ਹੈ ਉਹਦੇ ਵਿੱਚ ਇਹ ਦੋਸ਼ ਲਾਏ ਨੇ। ਔਰ STF ਨੇ ਮਜੀਠਾ ਦੇ ਉੱਤੇ ਜਿਹੜੇ ਲੱਗੇ ਦੋਸ਼ ਹੈ ਉਹਨਾਂ ਨੂੰ ਅੱਗੇ ਫਰਦਰ ਇਨਵੈਸਟੀਗੇਸ਼ਨ ਦੀ ਸਿਫਾਰਿਸ਼ ਵੀ ਕੀਤੀ ਸੀ ਜੀ। ਔਰ ਮਜੀਠੀਆ ਨੂੰ ਕੱਲ ਸੰਗਰੂਰ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਗਿਆ ਸੀ, ਲੇਕਿਨ ਕਰੋਨਾ ਦੀ ਵਜ੍ਹਾ ਕਰਕੇ ਉਹਨਾਂ ਨੂੰ ਰਾਤ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ। ਔਰ ਦੂਜੇ ਪਾਸੇ ਵਿਕਰਮ ਮਜੀਠਾ ਦੇ ਖਿਲਾਫ ਕਾਂਗਰਸ ਸਰਕਾਰ ਨੇ ਮੋਹਾਲੀ ਦੇ ਜਿਹੜਾ ਕ੍ਰਾਈਮ ਬ੍ਰਾਂਚ ਦੇ ਵਿੱਚ ਡਰੱਗ ਕੇਸ ਦਰਜ ਕੀਤਾ ਸੀ ਔਰ ਇੰਟਰਨੈਸ਼ਨਲ ਡਰੱਗ ਤਸਕਰਾਂ ਨਾਲ ਉਹਨਾਂ ਦੇ ਕਸਟੋਡ ਦੇ ਜਿਹੜੇ ਦੋਸ਼ ਉਹ ਲੱਗੇ ਸਨ। ਇਸ ਕਰਕੇ ਉਹਨਾਂ ਨੇ ਕੇਸ ਜਦੋਂ ਦਰਜ ਕੀਤਾ ਸੀ ਤੇ ਮੋਹਾਲੀ ਦੀ ਅਦਾਲਤ ਤੋਂ ਜਦੋਂ ਉਹਨਾਂ ਨੇ ਅਗਾਊਂ ਜ਼ਮਾਨਤ ਲੈਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਇਹ ਜਿਹੜੀ ਹੈ ਪਟੀਸ਼ਨ ਰੱਦ ਹੋ ਗਈ ਸੀ ਔਰ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਜਾਣਾ ਪਿਆ ਔਰ ਉਸ ਤੋਂ ਬਾਅਦ ਪਟੀਸ਼ਨ ਜਦੋਂ ਖਾਰਜ ਹੋ ਗਈ ਤਾਂ ਫਿਰ ਸੁਪਰੀਮ ਕੋਰਟ ਗਏ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਇਲੈਕਸ਼ਨ ਲੜ ਸਕਦੇ ਹੋ। 23 ਫਰਵਰੀ ਤੱਕ ਤੁਹਾਡੀ ਗ੍ਰਿਫਤਾਰੀ ਤੇ ਜਿਹੜੀ ਹੈ ਉਹ ਰੋਕ ਲਗਾਈ ਜਾਂਦੀ ਹੈ ਤੇ ਉਹ ਜਿਹੜੀ ਰੋਕ ਜਦੋਂ ਖਤਮ ਹੋ ਗਈ 23 ਫਰਵਰੀ ਤਾਂ ਉਹਨਾਂ ਨੇ 24 ਤਰੀਕ ਨੂੰ ਅਦਾਲਤ ਦੇ ਸਾਹਮਣੇ ਸਰੈਂਡਰ ਕੀਤਾ ਤੇ ਉਸ ਤੋਂ ਬਾਅਦ ਅੱਜ ਉਹਨਾਂ ਦੀ ਸੁਣਵਾਈ ਹੋਈ ਸੀ। ਅੱਜ ਉਹਦੀ ਪਟੀਸ਼ਨ ਹੈ ਜਿਹੜੀ ਉਹ ਰੱਦ ਕਰ ਦਿੱਤੀ ਗਈ ਹੈ। ਹੁਣ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰੁਖ ਕਰਨ। ਪਿੱਛੇ ਜਿਹੇ ਇਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ADGP ਸਿੱਧੂ ਹੁਣਾਂ ਨੇ ਜਾਣ ਬੁੱਝ ਕੇ ਉਹਨਾਂ ਨੂੰ ਟਾਰਗੇਟ ਕੀਤਾ ਕਿ ਕਿਉਂਕਿ ਸਿੱਧੂ ਸਾਹਿਬ ਦੀ ਮਾਸੀ ਤੇ ਵਿਕਰਮਜੀਤ ਸਿੰਘ ਮਜੀਠੀਆ ਦੀ ਚਾਚੀ ਉਹਨਾਂ ਦੇ ਮਾਰਨ ਦਾ ਦੋਸ਼ ਲਾਇਆ ਗਿਆ ਕਿ ਇਹ ਇੱਕ ਕਿਸਮ ਦਾ ਘਰੇਲੂ ਸਾਡਾ ਝਗੜਾ ਆ, ਉਹ ਮੇਰੇ ਤੇ ਬਦਲਾ ਲੈ ਰਿਹਾ। ਉਹਦੇ ਬਾਰੇ ਕੀ ਹੈ ਇਸ਼ੂ? ਬਿਲਕੁਲ ਜੀ, ਉਹ ਤਾਂ ਕਹਿ ਹੀ ਰਹੇ, ਉਹ ਤਾਂ ਸਾਰੀਆਂ ਇੰਟਰਵਿਊ 'ਚ ਕਹਿ ਰਹੇ ਨੇ ਜੀ। ਉਹ ਇਹ ਕਹਿੰਦੇ ਆ ਕਿ ਮੈਨੂੰ ਜਾਣਬੁੱਝ ਕੇ ਉਲਝਾਉਣ ਦੀ ਕੋਸ਼ਿਸ਼ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਰਾਜਨੀਤਿਕ ਤੌਰ ਦੇ ਉੱਤੇ ਮੈਨੂੰ ਸੱਟ ਮਤਲਬ ਸੀ, ਮੈਨੂੰ ਮੇਰਾ ਸਿਆਸੀ ਕੈਰੀਅਰ ਖਤਮ ਕਰਨ ਦੀ, ਮੇਰਾ ਕਤਲ ਕਰਨ ਦੀ ਸਿਆਸੀ ਤੌਰ ਦੇ ਉੱਤੇ ਇਸ ਤਰ੍ਹਾਂ ਦੀ ਕੋਸ਼ਿਸ਼ ਹੈ। ਤੇ ਇਸੇ ਕਰਕੇ ਜਦੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਮਜੀਠਾ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਈਸਟ ਤੋਂ ਜਦੋਂ ਇਲੈਕਸ਼ਨ ਲੜਨ ਦੀ ਗੱਲ ਕਹੀ ਸੀ ਤਾਂ ਉਦੋਂ ਨਵਜੋਤ ਸਿੰਘ ਸਿੱਧੂ ਨੇ ਚੈਲੰਜ ਕੀਤਾ ਸੀਗਾ ਵੀ ਤੁਸੀਂ ਇੱਕ ਇਲੈਕਸ਼ਨ ਕਿਉਂ ਨਹੀਂ ਲੜਦੇ, ਤੁਸੀਂ ਡਰਾਮਾ ਕਰਦੇ ਹੋ। ਤਾਂ ਫਿਰ ਉਹ ਸਿੱਧੂ ਦੀ ਚੁਣੌਤੀ ਨੂੰ ਕਬੂਲ ਕੀਤਾ ਸੀ ਵਿਕਰਮ ਸਿੰਘ ਮਜੀਠਾ ਨੇ ਔਰ ਜਿਹੜੀ FIR ਹੈ ਉਹਦੇ ਵਿੱਚ ਸਤਪ੍ਰੀਤ ਸਿੰਘ ਉਰਫ ਸੱਤਾ, ਜਗਜੀਤ ਸਿੰਘ ਗਿਆਲ, ਮਨਿੰਦਰ ਸਿੰਘ ਔਲਖੁਰ, ਬਿੱਟੂ ਔਰਤ, ਪਰਮਿੰਦਰ ਉਰਫ ਪਿੰਦੀ, ਅਮਰਿੰਦਰ ਸਿੰਘ ਉਰਫ ਲਾਡੀ ਜਿਹੜਾ ਇਸ ਡਰੱਗ ਟ੍ਰੇਡ ਦੇ ਵਿੱਚ ਸ਼ਾਮਲ ਰਿਹਾ ਹੈ। ਇਸ ਤਰ੍ਹਾਂ ਦੇ ਨਾਮ ਜਿਹੜੇ FIR ਦੇ ਵਿੱਚ ਲਿਖੇ ਨੇ ਔਰ ਇਹਨਾਂ ਬਾਰੇ ਉਹਨਾਂ ਨੇ ਆਖਿਆ ਕਿ ਮੈਂ ਇਹਨਾਂ ਲੋਕਾਂ ਨੂੰ ਜਾਣਦਾ ਹੀ ਨਹੀਂ ਤੇ ਨਾ ਹੀ ਇਹਨਾਂ ਲੋਕਾਂ ਨੇ ਕਦੇ ਮੇਰਾ ਨਾਂ ਲਿਆ। ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠਾ ਇਹ ਵੀ ਕਹਿੰਦੇ ਆ ਕਿ ਜਿਹੜੀਆਂ ਸਾਡੀਆਂ ਰਿਸ਼ਤੇਦਾਰੀਆਂ ਨੇ ਉਹ ਰਿਸ਼ਤੇਦਾਰੀਆਂ 'ਚ ਪੁਰਾਣੀਆਂ ਘਰੇਲੂ ਲੜਾਈਆਂ ਨੇ ਔਰ ਉਹ ਘਰੇਲੂ ਲੜਾਈਆਂ ਨੂੰ ਆਪ ਵਿੱਚ ਰੱਖ ਕੇ ਮੈਨੂੰ ਜ਼ਿਆਦਾਤਰ ਨਿਸ਼ਾਨਾ ਬਣਾਇਆ ਜਾ ਰਿਹਾ ਤੇ 3 ADGP ਉਹਨਾਂ ਨੇ ਆਖਿਆ 3 DGP ਬਦਲ ਦਿੱਤੇ ਔਰ ਪਹਿਲੇ DGP ਨੇ ਕਿਹਾ ਮੈਂ ਨਹੀਂ ਕਰਦਾ, ਦੂਜਾ DGP ਇਸ ਸ਼ਰਤ ਤੇ ਲਾਇਆ ਗਿਆ ਤੇ ਤੀਜਾ DGP ਫਿਰ ਲਾਇਆ ਤੇ ਇਸੇ ਕਰਕੇ ਉਹਨਾਂ ਨੇ ਆਖਿਆ ਕਿ ਇੱਕ ਥਾਣਾ ਸਪੈਸ਼ਲ ਬਣਾਇਆ ਗਿਆ ਜਿਹਦੇ ਚ DGP ਨੇ ਪਰਚਾ ਦਰਜ ਕੀਤਾ, ਕਿਸੇ SSP ਨੇ, ਕਿਸੇ SHO ਨੇ, ਕਿਸੇ ਹੋਰ ਨੇ ਨਹੀਂ ਦਰਜ ਕੀਤਾ। ਔਰ ਉਹਨਾਂ ਨੇ ਆਖਿਆ ਕਿ ਹੁਣ ਤੱਕ
ਦੋ ਪਰਚੇ ਦਰਜ ਕੀਤੇ ਉਸ ਥਾਣੇ ਦੇ ਵਿੱਚ। ਪਹਿਲਾ ਪਰਚਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਦਰਜ ਕੀਤਾ ਸੀ ਤੇ ਦੂਜਾ ਪਰਚਾ ਉਹਨਾਂ ਨੇ ਆਖਿਆ ਕਿ ਮੇਰੇ ਖਿਲਾਫ ਦਰਜ ਕੀਤਾ। ਹੁਣ ਦਿਲਚਸਪ ਗੱਲ ਇਹ ਆ ਕਿ ਇਹਨਾਂ ਦੇ ਵਿਰੋਧੀ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਦਾ ਵੀ ਕੇਸ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ। ਉਹ ਕੀ ਹੈ, ਉਹਦੇ ਬਾਰੇ ਵਿਸਤਾਰ ਨਾਲ ਦੱਸਿਓ ਜਰਾ। ਬਿਲਕੁਲ ਜੀ, 34 ਸਾਲ ਪਹਿਲਾਂ 1988 ਦੇ ਵਿੱਚ ਇੱਕ ਬਜ਼ੁਰਗ ਦੀ ਜਿਹੜੀ ਜਾਨ ਚਲੀ ਗਈ ਸੀ ਜੀ, ਉਹਦਾ ਕੇਸ ਹੈਗਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ, ਉਹ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈ ਔਰ 2 ਹਫ਼ਤਿਆਂ ਲਈ ਉਹਦੀ ਸੁਣਵਾਈ ਜਿਹੜੀ ਚੱਲ ਚੁੱਕੀ ਹੈ। ਔਰ ਸੁਪਰੀਮ ਕੋਰਟ ਨੇ ਸਿੱਧੂ ਦੇ ਵਕੀਲ ਤੋਂ ਇਸੇ ਸੰਬੰਧੀ ਅੱਜ ਜਵਾਬ ਵੀ ਮੰਗਿਆ ਸੀ। ਔਰ ਇਸ ਤੋਂ ਪਹਿਲਾਂ ਸਿੱਧੂ ਨੇ ਇਹ ਬੇਨਤੀ ਕੀਤੀ ਸੀ ਅਦਾਲਤ ਨੂੰ ਵੀ ਇਸ ਮਾਮਲੇ ਦੇ ਵਿੱਚ ਉਸ ਨੂੰ ਸਜ਼ਾ ਨਾ ਦਿੱਤੀ ਜਾਵੇ, ਕਿਉਂਕਿ ਸਿੱਧੂ ਨੇ ਇੱਕ ਜਿਹੜਾ ਹਲਫੀਆ ਬਿਆਨ ਦਾਖਲ ਕੀਤਾ, ਜੇ ਤੁਸੀਂ ਉਹਦੀ ਇਬਾਰਤ ਦੇਖੋ ਤਾਂ ਉਹਦੇ ਵਿੱਚ ਸਿੱਧੂ ਕਹਿੰਦਾ ਕਿ ਮੇਰਾ 30 ਸਾਲ ਦਾ ਜਿਹੜਾ ਪੋਲੀਟੀਕਲ ਕੈਰੀਅਰ ਹੈਗਾ, ਮੈਂ ਖੇਡਾਂ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਹੈ, ਮੈਂ ਬੇਦਾਗ ਰਿਹਾ, ਮੈਂ ਲੋਕਾਂ ਦੀ ਸੇਵਾ ਕੀਤੀ ਹੈ, ਮੈਂ ਮੈਂਬਰ ਪਾਰਲੀਮੈਂਟ ਰਿਹਾ ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਮੈਂ ਬਹੁਤ ਭਲੇ ਦੇ ਕੰਮ ਕੀਤੇ ਹੈ ਔਰ ਮੇਰੇ ਤੋਂ ਕੋਈ ਹਥਿਆਰ ਨਹੀਂ ਸੀ ਬਰਾਮਦ ਹੋਇਆ ਤੇ ਨਾ ਹੀ ਮੇਰੀ ਕੋਈ ਜਿਹੜਾ ਸਾਹਮਣੇ ਜਿਹੜਾ ਬੰਦਾ ਮਰ ਗਿਆ ਸੀਗਾ, ਡੈਥ ਹੋ ਗਈ ਸੀ ਜਿਸ ਬੰਦੇ ਦੀ, ਉਸ ਨਾਲ ਮੇਰੀ ਕੋਈ ਦੁਸ਼ਮਣੀ ਸੀ। ਤੇ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਪਟੀਸ਼ਨ ਹੈ ਇਹ ਰੱਦ ਕਰ ਦਿੱਤੀ ਜਾਵੇ, ਕਿਉਂਕਿ ਉਦੋਂ 1000 ਰੁਪਇਆ ਜੁਰਮਾਨੇ ਦੀ ਸਜ਼ਾ ਇਹਨਾਂ ਨੂੰ ਮਿਲੀ ਸੀ। 1988 ਦੀ ਜਿਹੜੀ ਇਹ ਘਟਨਾ ਹੈ, ਇੱਕ ਬਜ਼ੁਰਗ ਵਿਅਕਤੀ ਦੀ ਜਾਨ ਚਲੀ ਗਈ ਸੀ। ਉਸ ਸਮੇਂ ਜਦੋਂ ਨਵਜੋਤ ਸਿੰਘ ਸਿੱਧੂ ਤੇ ਉਹਦਾ ਦੋਸਤ ਪਟਿਆਲੇ ਦੇ ਵਿੱਚ ਇੱਕ ਕਾਰ ਦੇ ਵਿੱਚ ਜਦੋਂ ਜਾ ਰਹੇ ਸੀ ਤੇ ਰਸਤੇ ਦੇ ਵਿੱਚ 65 ਸਾਲ ਉਮਰ ਦੇ ਗੁਰਨਾਮ ਸਿੰਘ ਜਿਹੜੇ ਬਜ਼ੁਰਗ ਵਿਅਕਤੀ ਸੀ ਉਹਨਾਂ ਨਾਲ ਝਗੜਾ ਹੋ ਗਿਆ, ਤੂੰ ਮੈਂ ਹੋ ਗਈ ਸੀ ਤੇ ਉਸ ਹੱਥੋਂ ਪਈ ਵੀ ਹੋ ਗਈ ਸੀ ਤੇ ਉਸ ਮੌਕੇ ਦੇ ਉੱਤੇ ਗੁਰਨਾਮ ਸਿੰਘ ਦੀ ਜਾਨ ਚਲੀ ਗਈ ਸੀ। ਉਦੋਂ ਪੁਲਿਸ ਨੇ ਇੱਕ ਮੁਕੱਦਮਾ ਦਰਜ ਕੀਤਾ ਸੀ ਜਿਹਦੇ ਚ ਨਵਜੋਤ ਸਿੰਘ ਸਿੱਧੂ ਤੇ ਉਹਦਾ ਦੋਸਤ ਸੀ ਰੁਪਿੰਦਰ ਸਿੱਧੂ, ਉਹਦੇ ਖਿਲਾਫ ਇਹ ਕਤਲ ਦਾ ਕੇਸ ਚੱਲਿਆ ਸੀ। ਕਤਲ ਦੇ ਕੇਸ ਚੱਲਣ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ ਔਰ ਜਿਹੜੀ ਲੋਅਰ ਕੋਰਟ ਹੈ, ਹੇਠਲੀ ਅਦਾਲਤ ਹੈ, ਉਹਨੇ 1999 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬਰੀ ਕਰ ਦਿੱਤਾ ਸੀ। ਲੇਕਿਨ ਸਵਰਗੀ ਸਰਦਾਰ ਗੁਰਨਾਮ ਸਿੰਘ ਦੇ ਜਿਹੜੇ ਪਰਿਵਾਰਕ ਮੈਂਬਰਾਂ ਨੇ ਇਸ ਕੇਸ ਨੂੰ ਹਾਈ ਕੋਰਟ ਵਿੱਚ ਲੈ ਕੇ ਗਏ ਔਰ 2006 ਦੇ ਵਿੱਚ ਇਹ ਕੋਰਟ ਨੇ ਇਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਤੇ ਉਦੋਂ ਤੁਹਾਨੂੰ ਯਾਦ ਵੀ ਹੋਣਾ ਜਦੋਂ ਇਹ ਸਜ਼ਾ ਸੁਣਾਈ ਸੀ ਤਾਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਦੇ ਉਹਦੇ ਤੋਂ ਅਸਤੀਫਾ ਵੀ ਦੇਣਾ ਪਿਆ ਸੀਗਾ। ਤੇ ਉਸ ਤੋਂ ਬਾਅਦ ਇਹ ਮਾਮਲਾ ਫਿਰ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਚਲਾ ਗਿਆ ਔਰ ਸੁਪਰੀਮ ਕੋਰਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ 16 ਮਈ ਦੀ ਗੱਲ ਹੈ 2018 ਦੀ, ਸਿੱਧੂ ਨੂੰ ਜਿਹੜਾ ਗੈਰ ਇਰਾਦਤਨ ਕਤਲ ਦੇ ਦੋਸ਼ ਵਿੱਚ ਜਿਹੜੀ ਧਾਰਾ ਲੱਗੀ ਸੀ 304 IPC ਉਹਦੇ ਤੋਂ ਤਾਂ ਬਰੀ ਕਰ ਦਿੱਤਾ। ਪਰ ਇੱਕ ਉਹਦੀ ਧਾਰਾ 323 ਸੀਗੀ, ਉਹਦੇ ਸੀ ਵੀ ਜਾਣਬੁੱਝ ਕੇ ਸੱਟ ਮਾਰਨ ਦੇ ਦੋਸ਼ ਦੇ ਵਿੱਚ ਸਿੱਧੂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਔਰ ਇਹਦੇ ਲਈ ਉਹਨਾਂ ਨੂੰ ਸਜ਼ਾ ਨਹੀਂ ਸੀ ਹੋਈ, ਲੇਕਿਨ 1000 ਰੁਪਇਆ ਜੁਰਮਾਨਾ ਲਾ ਕੇ ਉਹਨਾਂ ਨੂੰ ਛੱਡ ਦਿੱਤਾ ਸੀ। ਔਰ ਹੁਣ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਮ੍ਰਿਤਕ ਦੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਨੇ ਪਟੀਸ਼ਨ ਦਾਖਲ ਕੀਤੀ। ਉਹਨਾਂ ਨੇ ਕਿਹਾ ਕਿ ਸਿੱਧੂ ਨੂੰ ਜਿਹੜੀ 304 IPC ਤਹਿਤ ਸਜ਼ਾ ਹੋਣੀ ਸੀ ਉਹ ਸਜ਼ਾ ਹੋਣੀ ਚਾਹੀਦੀ ਹੈ ਔਰ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਜਿਹੜਾ ਸਵੀਕਾਰ ਕੀਤਾ ਹੈ। ਔਰ 2004 ਦੇ ਵਿੱਚ BJP ਦੀ ਟਿਕਟ ਤੇ ਜਦੋਂ ਅੰਮ੍ਰਿਤਸਰ ਲੋਕ ਸਭਾ ਚੋਣਾਂ ਤੋਂ ਜਿੱਤੇ ਸਨ ਤੇ 2006 ਦੇ ਵਿੱਚ ਉਹਨਾਂ ਦੇ ਖਿਲਾਫ ਇਹ ਮੁਕੱਦਮਾ ਹੋਇਆ ਸੀ ਕਿ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ। ਤਾਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਮੁਸ਼ਕਲਾਂ ਕਾਫੀ ਵਧੀਆਂ ਔਰ 34 ਸਾਲ ਪੁਰਾਣੇ ਇਸ ਝਗੜੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸਿੱਧੂ ਦੇ ਖਿਲਾਫ ਹੁਣ ਸੁਣਵਾਈ ਹੈ ਤੇ ਜਿਹੜੀ 2 ਹਫ਼ਤਿਆਂ ਲਈ ਟਾਲ ਦਿੱਤੀ ਗਈ ਹੈ। ਜੀ ਬੇਟਾ ਜੀ, ਅਸੀਂ ਨਵਜੋਤ ਸਿੰਘ ਸਿੱਧੂ ਦੇ ਕੇਸ ਬਾਰੇ ਗੱਲ ਕਰ ਰਹੇ ਸੀ। 34 ਸਾਲ ਹੋ ਗਏ, ਇਹਦੇ ਬਾਰੇ ਕੋਈ ਸਪਸ਼ਟ ਗੱਲ ਨਹੀਂ ਹੋਈ, ਅਜੇ ਵੀ ਉਹ ਚੱਲੀ ਜਾਂਦਾ ਹੈ। ਇਹ ਕਿਹੋ ਜਿਹੀ ਨਿਆਂ ਪ੍ਰਣਾਲੀ ਆ ਗਈ ਕਿ ਸਾਡੇ ਸਾਲਾਂ ਬੱਧੀ ਕਈ ਕੇਸ ਚੱਲਦੇ ਰਹਿੰਦੇ, ਉਹਨਾਂ ਦੀ ਕੋਈ ਨਿਆਂ ਨਹੀਂ ਹੁੰਦਾ ਜਾਂ ਅਨਿਆਂ ਨਹੀਂ ਹੁੰਦਾ, ਪਤਾ ਨਹੀਂ ਕੀ ਹੋ ਰਿਹਾ। ਕਿ ਤੁਸੀਂ ਲੋਕੀ ਹੈਰਾਨ ਨਹੀਂ ਹੁੰਦੇ ਕਿ 34 ਸਾਲ ਬਹੁਤ ਮਤਲਬ ਅੱਧੀ ਉਮਰ ਹੈ ਵੈਸੇ ਆਮ ਆਦਮੀ ਦੀ। ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਜੀ, ਗਰੀਬ ਦੀ ਇੱਜ਼ਤ ਪੈਸੇ ਦੀ ਚਾਦਰ ਨਾਲ ਢੱਕੀ ਜਾਂਦੀ। ਜੀ ਮੈਂ ਦੁਬਾਰਾ ਰਿਪੀਟ ਕਰਦੇ ਹਾਂ, ਗਰੀਬ ਦੀ ਇੱਜ਼ਤ ਪੈਸੇ ਦੀ ਚਾਦਰ ਨਾਲ ਢੱਕੀ ਜਾਂਦੀ ਹੈ। ਤੁਸੀਂ ਦੇਖੋ ਗੁਰਬਖਸ਼ ਸਿੰਘ ਖੇੜਾ ਜੀ ਕਰਨਾਟਕਾ ਦੀ ਜੇਲ੍ਹ ਦੇ ਵਿੱਚ ਨੇ ਜੀ, ਭਾਈ ਬਲਵੰਤ ਸਿੰਘ ਰਾਜੋਆਣਾ ਪਟਿਆਲਾ ਦੀ ਜੇਲ੍ਹ ਵਿੱਚ ਨੇ ਜੀ, ਇਸੇ ਤਰ੍ਹਾਂ ਹੀ ਤੁਸੀਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਉਹ ਤਿਹਾੜ ਜੇਲ੍ਹ ਦੇ ਵਿੱਚ ਨੇ ਜੀ। ਔਰ ਤਿੰਨਾਂ ਨੂੰ ਕਿੰਨੇ ਸਾਲ ਹੋ ਗਏ ਹਾਲੇ ਤੱਕ ਪੈਰੋਲ ਨਹੀਂ ਮਿਲੀ।
ਪਰ ਜੀ। ਦੂਜੇ ਪਾਸੇ ਤੁਸੀਂ ਦੇਖੋ ਵੀ ਡਬਲ ਦੋਹਰੇ ਕੇਸ ਦੇ ਵਿੱਚ 20 ਸਾਲਾ ਕੇਸ ਦੇ ਵਿੱਚ ਜਿਹੜਾ ਡੇਰਾ ਮੁਖੀ ਹੈਗਾ ਡੇਰਾ ਸਰਸਾ ਉਹ ਕੈਦ ਦੀ ਸਜ਼ਾ ਭੁਗਤ ਰਿਹਾ ਵੀ ਇੱਕ ਪਾਸੇ ਉਹ 20 ਸਾਲ ਦੀ ਪਹਿਲਾਂ ਕੈਦ ਪੂਰੀ ਕਰੇਗਾ ਤੇ ਫਿਰ ਉਹਨੂੰ ਦੂਜੀ ਕੈਦ ਸ਼ੁਰੂ ਹੋਏਗੀ 20 ਸਾਲ ਦੀ ਜੀ 2 ਸਾਧਵੀਆਂ ਨੂੰ ਮਾਰਨ ਦੇ ਕੇਸ ਦੇ ਵਿੱਚ, ਉਹਨਾਂ ਨਾਲ ਰੇਪ ਕਰਨ ਦੇ ਕੇਸ ਦੇ ਵਿੱਚ ਔਰ ਪੱਤਰਕਾਰ ਛਾਤਰਪਤੀ ਮਾਰਨ ਦੇ ਵਿੱਚ। ਜੀ ਪਰ ਉਹਨੂੰ 5 ਸਾਲਾਂ ਤੋਂ ਪਹਿਲਾਂ ਪੈਰੋਲ ਮਿਲ ਜਾਂਦੀ ਹੈ 21 ਦਿਨਾਂ ਦੀ ਤੇ ਨਾਲ ਹੀ ਉਹਨੂੰ NSG ਸਿਕਿਉਰਿਟੀ ਗਾਰਡ ਦਿੱਤੇ ਜਾਂਦੇ ਨੇ ਤੇ ਨਾਲ ਹੀ ਉਹਨੂੰ ਸਾਰੀਆਂ ਐਸ਼ੋ ਇਸ਼ਾਰਤ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ, ਸਿਕਿਉਰਿਟੀ ਵੀ ਦਿੱਤੀ ਜਾਂਦੀ ਹੈ। ਜੀ ਇਹ ਸਭ ਦੇ ਬਾਵਜੂਦ ਵੀ ਤੁਸੀਂ ਖੁਦ ਅੰਦਾਜ਼ਾ ਲਾ ਲਓ ਕਿ ਜਿਸ ਬੰਦੇ ਕੋਲੇ ਪੈਸਾ ਹੈ, ਜਿਸ ਬੰਦੇ ਕੋਲੇ ਤਾਕਤ ਹੈ, ਜਿਸ ਬੰਦੇ ਕੋਲੇ ਵੱਡੇ ਕਾਨੂੰਨਦਾਨਾਂ ਦੀ ਫੀਸ ਭਰਨ ਦੀ ਜਿਹੜੀ ਆਪਣੀ ਜੇਬ ਵੱਡੀ ਹੈ, ਉਸ ਨੂੰ ਸਾਰਾ ਕੁਝ ਮਿਲ ਜਾਂਦਾ ਹੈ। ਜੀ ਤੁਸੀਂ ਜੇਲ੍ਹਾਂ 'ਚ ਜਾ ਕੇ ਦੇਖੋ, ਬਹੁਤੇ ਬੰਦੇ ਹੁਣ ਬਿਕਰਮ ਸਿੰਘ ਮਜੀਠਾ ਹੁਣ ਜੇਲ੍ਹ ਗਏ ਨੇ ਤੇ ਤੁਸੀਂ ਇਹਨਾਂ ਦੇ ਜਦੋਂ ਇਹ ਬਾਹਰ ਆਉਣਗੇ, ਜਿਹਨਾਂ ਦੀ ਜ਼ਮਾਨਤ ਹੋਏਗੀ ਤਾਂ 3 4 5 ਬੰਦੇ ਇਹਨਾਂ ਦੇ ਨਾਲ ਆਉਣਗੇ। ਉਹਦਾ ਕਾਰਨ ਕਿਉਂ ਉਹ ਆਉਣਗੇ, ਕਿਉਂ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ। ਜੀ ਕਈ ਬੰਦੇ ਜੇਲ੍ਹਾਂ ਦੇ ਵਿੱਚ ਜਦੋਂ ਜਾਂਦੇ ਆ ਵੱਡੇ ਬੰਦੇ ਤੇ ਉਹ ਦੇਖਦੇ ਆ ਕਿ ਕੋਈ ਮਾਲਸੀ ਚਾਹੀਦਾ, ਨਾਲ ਕੋਈ ਰੋਟੀ ਪਕਾਉਣ ਵਾਲਾ ਚਾਹੀਦਾ, ਜੀ ਕੋਈ ਨੌਕਰ ਚਾਹੀਦਾ, ਤਾਂ ਉਹ ਕਈ ਵਾਰੀ ਤਾਂ ਇੱਕ ਅੱਧਾ ਬੰਦਾ ਨਾਲ ਪਰਚਾ ਕਰਾ ਕੇ ਨਾਲ ਹੀ ਤੁਰ ਜਾਂਦਾ ਵੀ ਮੈਨੂੰ ਨਾਲ ਲੈ ਜਾਓ ਜੀ। ਜੀ ਜੀ ਜਾਂ ਜਿਹੜੇ ਬੰਦਿਆਂ ਦੀਆਂ ਜ਼ਮਾਨਤਾਂ ਹੋਈਆਂ ਹੁੰਦੀਆਂ ਪਰ ਉਹਨਾਂ ਨੂੰ ਜ਼ਮਾਨਤ ਭਰਨ ਵਾਸਤੇ ਪੈਸੇ ਨਹੀਂ ਹੁੰਦੇ ਜਾਂ ਕੋਈ ਗਰੰਟੀ ਉਹਨਾਂ ਨੂੰ ਨਹੀਂ ਮਿਲਦੀ, ਤਾਂ ਉਹ ਮਾਫ ਕਰਨਾ ਉਹ ਜਦੋਂ ਇਸ ਤਰ੍ਹਾਂ ਦੇ ਵੱਡੇ ਬੰਦੇ ਜਾਂਦੇ ਜੇਲ੍ਹ 'ਚ ਜੀ ਤੇ ਉਹਨਾਂ ਦੀ ਸੇਵਾ ਪਾਣੀ ਜਦੋਂ ਕਰਦੇ ਆ ਤੇ ਉਹਨਾਂ ਨੂੰ ਨਾਲ ਬਾਹਰ ਲੈ ਆਉਂਦੇ ਆ। ਜੀ ਸੋ ਇਹ ਗੱਲ ਚੰਗੀ ਵੀ ਹੁੰਦੀ ਹੈ, ਲੇਕਿਨ ਪੈਸੇ ਦੀ ਜਿਹੜੀ ਬਹੁਤਾਤ ਹੋਣ ਕਰਕੇ ਕਾਨੂੰਨਦਾਨ ਜਿਹੜੇ ਨੇ ਉਹ ਪੈਸਾ ਲੈ ਕੇ ਆਪਣੀਆਂ ਫੀਸਾਂ ਲੈ ਕੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਜ਼ਮਾਨਤ ਦਵਾ ਦਿੰਦੇ ਆ ਔਰ ਜਿਹੜੇ ਨਹੀਂ ਭਰ ਸਕਦੇ ਉਹਨਾਂ ਦੀ ਜਿਹੜੀ ਖੈਰ ਖੁਆ, ਉਹਨਾਂ ਦੀ ਸੁੱਖ ਸਾਂਦ ਕੋਈ ਪੁੱਛਣ ਵਾਲਾ ਨਹੀਂ ਹੁੰਦਾ। ਜ਼ੋਰਾਵਰਾਂ ਦਾ 100 ਹੁਣ ਅਜੇ ਇਲੈਕਸ਼ਨ ਦੇ ਰਿਜ਼ਲਟ ਤਾਂ ਆਏ ਨਹੀਂ, ਪਰ ਰਾਜ ਸਭਾ ਲਈ ਪਹਿਲਾਂ ਹੀ ਦੌੜ ਸ਼ੁਰੂ ਹੋ ਗਈ ਆ, ਕਿਉਂਕਿ ਸਭ ਤੋਂ ਪਹਿਲਾਂ ਵਿਧਾਨ ਸਭਾ ਨੇ 5 ਬੰਦੇ ਰਾਜ ਸਭਾ ਨੂੰ ਭੇਜਣੇ ਆ। ਕੋਈ ਚਿਹਰੇ ਅੱਗੇ ਆਏ ਆ? ਦੇਖੋ ਜੀ, ਕੌਣ ਨਹੀਂ ਚਾਹੁੰਦਾ ਵੀ ਮੈਂ ਰਾਜ ਸਭਾ ਦਾ ਮੈਂਬਰ ਨਾ ਬਣਾ, ਪਰ ਇਹ MLA ਦੇ ਹਿਸਾਬ ਨਾਲ ਹੋਣਾ ਹੈ। ਇੱਕ MLA ਕਿੰਨੇ ਦੀ, ਜਿਹੜੀ ਪੰਜਾਬ ਦਾ MLA ਦੀ ਕਿੰਨੀ ਵੋਟ ਹੈ ਉਹਦੀ ਵੈਲਿਊ ਹੁੰਦੀ ਹੈ ਜੀ, ਪੰਜਾਬ ਦੇ MP ਦੀ ਵੋਟ ਦੀ ਵੈਲਿਊ ਕਿੰਨੀ ਹੈ ਉਹ ਉਸ ਹਿਸਾਬ ਨਾਲ ਹੁੰਦਾ ਹੈ। ਔਰ ਮੇਰੇ ਖਿਆਲ 26 MLA ਜੇ ਹੋਣ ਜੀ, 25 ਜਾਂ 26 ਤਾਂ ਫਿਰ ਇੱਕ ਰਾਜ ਸਭਾ ਮੈਂਬਰ ਬਣਦਾ ਹੈ। ਹੁਣ ਹਾਲਾਤ ਕਿੰਨੇ ਕੁ ਸੁਖਾਵੇਂ ਨਜ਼ਰ ਆਉਂਦੇ ਆ, ਕਿੰਨੀ ਕੁ ਲੋਕਾਂ ਨੂੰ ਇਹ ਆਪਣੀ ਕਿਹੜੀ ਰਾਜਸੀ ਪਾਰਟੀ ਨੂੰ ਕਿੰਨਾ ਫਲ ਪੈਂਦਾ ਹੈ, ਇਹ ਉਸ ਤੋਂ ਪਤਾ ਲੱਗੇਗਾ ਜੀ। ਬਿੱਟਾ ਜੀ, ਸ਼ੁਕਰੀਆ ਤੁਹਾਡਾ ਜੀ, ਬਹੁਤ ਮਿਹਰਬਾਨੀ।